कोई टैक्सटाइल बैकग्राउंड तो नहीं हाँ, मेरी कोई डिज़ाइन की बैकग्राउंड भी नहीं है। मैं बायोटैक्नोलॉजी दे विच ग्रैजुएट हाँ और उस तो बाद मैं मास्टर्स की है डेवलपमेंट स्टडीज़ दे विच अजीम प्रेमजी यूनिवर्सिटी बैंगलोर तो। साडे कोल तां डिमांड बहुत ज़्यादा है, प्रोडक्शन घट है, डिमांड ज़्यादा है तो साडा जैतों तो ही विक जाता है तो कुछ कपड़ा साडा बाहर भी जाता है, कैनेडा भी गया है, ब्रिटिश एम्बेसी भी गया है और देश के भी अलग अलग हिस्सों के साउथ इंडिया, महाराष्ट्र, गुजरात कपड़े की तो काफ़ी डिमांड है क्योंकि कॉटन है पूरा और हाथ का कपड़ा है तो इसकी एक अलग ही पहचान है। जिहड़ा कपड़ा बुनन वाले हैं वो हुण बिल्कुल घटते जा रहे हैं या फिर ਵੱਡੀ ਉਮਰ ਦੇ ਵਿੱਚ ਹੈ ਤੇ ਉਹਨਾਂ ਤੋਂ ਬਾਅਦ ਇਹ ਕੰਮ ਕੋਈ ਨਹੀਂ ਕਰੇਗਾ। ਪੰਜਾਬ ਦਾ ਟ੍ਰੈਡੀਸ਼ਨ ਰਿਹਾ ਹੈ ਕਿ ਆਪਣੀ ਬੇਟੀਆਂ ਨੂੰ ਵਿਆਹ ਦੇ ਵਿੱਚ ਜਿਹੜੇ ਵੀ ਬਿਸਤਰੇ ਹੈ, ਕੱਪੜਾ ਹੈ, ਦਰੀਆਂ ਦੇਣ ਦੇ ਲਈ ਉਹ ਆਪਣੇ ਹੱਥੀਂ ਤਿਆਰ ਕਰਦੇ ਸੀ ਤੇ ਹੁਣ ਸਾਰਾ ਬਾਜ਼ਾਰ ਤੋਂ ਆਂਦਾ ਤੇ ਜਿਹੜੀ ਕਪਾਹ ਨਰਮਾ ਹੁੰਦੀ ਵੀ ਹੈ ਤਾਂ ਉਹ ਬੀਟੀ ਨਰਮਾ ਹੁੰਦਾ ਸਾਰਾ ਜਿਹੜਾ ਇੰਡਸਟਰੀ ਨੂੰ ਜਾਂਦਾ। ਬੀਟੀ ਕਾਟਨ ਦੇ ਵਿੱਚ ਤਾਂ ਪਹਿਲਾਂ ਹੀ ਉਹਦੇ ਜੀਨ ਦੇ ਵਿੱਚ ਜ਼ਹਿਰ ਹੈ। ਜਿਹੜਾ ਅਸੀਂ ਕੱਪੜਾ ਪਾ ਰਹੇ ਹਾਂ ਉਹ ਵੀ ਤਾਂ ਸਾਡੀ ਸਕਿਨ ਨੂੰ ਟੱਚ ਹੋ ਰਿਹਾ ਨਾ ਲਗਾਤਾਰ। अगर वो जहर मुक्त होएगा तो वह भी साडी स्किन नूं, साडी बॉडी नूं डायरैक्ट इंपैक्ट मिलेगा। हुण ये सारा काम वड्डी वड्डी कंपनियां नूं हो गया और वड्डी कंपनियां दे विच भी अगर कॉटन है तो बीटी कॉटन ही है ना। देसी कपाह अपनी एक तरह की खत्म ही हो गई है, बहुत थोड़े स्केल ते हो रही है। साडे इत्थे तां पंजाब दे विच अपनी खाकी कपाह भी हुंदी सी, खाकी नरमा भी हुंदा सीगा ते असीं कोशिश कर रहे हैं कि उहदे बीज भी रिवाइव होण। साडे कोल हैगा भी है ब्राउन कॉटन ਤੇ ਉਹਨੂੰ ਵੀ ਅਸੀਂ ਪ੍ਰੋਸੈਸ ਕਰਦੇ ਹਾਂ, ਉਹਦਾ ਕੱਪੜਾ ਵੀ ਬਣਾਉਂਦੇ ਹਾਂ। ਤਾਂ ਉਹ ਸਾਰੀ ਕੜੀਆਂ ਆਪਸ ਦੇ ਵਿੱਚ ਜੋੜੀਆਂ ਤੇ ਇਹਦੇ ਵਿੱਚ ਬੀਬੀਆਂ ਦੀ ਕੀ ਭੂਮਿਕਾ ਹੈ, ਮਹਿਲਾਵਾਂ ਦੀ ਕੀ ਭੂਮਿਕਾ ਹੈ ਉਹ ਸਾਨੂੰ ਸਮਝ ਚਾਹੀ ਕਿਉਂਕਿ ਬੀਬੀਆਂ ਤੋਂ ਬਿਨਾਂ ਇਹ ਕੰਮ ਸੰਭਵ ਨਹੀਂ ਹੈ। ਪਰ ਹੁਣ ਉਹਨਾਂ ਦੇ ਹੱਥਾਂ ਤੋਂ ਇਹ ਹੁਨਰ ਜਾ ਰਿਹਾ ਤੇ ਜਿਹੜੀ ਅਗਲੀ ਜਨਰੇਸ਼ਨ ਹੈ ਉਹਨੂੰ ਇਸ ਕੰਮ ਦੇ ਬਾਰੇ ਪਤਾ ਵੀ ਨਹੀਂ। ਉਹਨੂੰ ਚਰਖਾ ਨਹੀਂ ਪਤਾ, ਉਹਨੂੰ ਗਲੋਟਾ ਨਹੀਂ ਪਤਾ, ਉਹਨੂੰ ਤਕਲਾ ਨਹੀਂ ਪਤਾ, ਉਹਨੂੰ ਪੈਡਲ ਨਹੀਂ ਪਤਾ, ਰਚ ਨਹੀਂ ਪਤਾ। ਤਾਂ ਇੱਕ ਤਰ੍ਹਾਂ ਦਾ ਅਸੀਂ ਬਹੁਤ ਗਰੀਬ ਹੋ ਗਏ ਹਾਂ क्योंकि गरीबी सिर्फ पैसे की नहीं होंदी, वो साडे ज्ञान की, साडे विरसे की, साडे सभ्याचार की भी अमीरी गरीबी होंदी है। होए हैं असी गरीब होए हैं, साडा वो लेवल डाउन आया है एंड नाउ आई फील लाइक कि आई बिलोंग टू दिस प्लेस। वो कह देंगे ना कि तुहाडी जड़ा है इत्थे। मैनू इत्थे इन्नी सारी अपॉर्चुनिटीज़ दिखती हैं आस पास। साडी सब तो वड्डी ताकत है साडे खेत, साडी मिट्टी ਜਿਹੜੇ कुछ भी पैदा कर सकते हैं, ਜਿਹੜਾ इंसान ਨੂੰ एक सहज ਜ਼ਿੰਦਗੀ ਜੀਣ ਦੇ ਲਈ ਚਾਹੀਦਾ। ਕਿਸਾਨ ਇੱਥੇ ਕਰਦੇ ਸੀ ਦੇਸੀ ਕਪਾਹ ਦੀ ਖੇਤੀ ਜਾਂ ਤੁਸੀਂ ਮੋਟੀਵੇਟ ਕੀਤਾ ਉਹਨਾਂ ਨੂੰ? 2002 ਤੋਂ ਆਰਗੈਨਿਕ ਕਾਟਨ ਦੀ ਕਲਟੀਵੇਸ਼ਨ ਹੋ ਰਹੀ ਹੈ ਪਰ ਉਹਦੀ ਕੋਈ ਮਾਰਕੀਟ ਨਹੀਂ ਸੀ। ਕਿਸਾਨ ਆਪਣੇ ਪੱਧਰ ਤੇ ਕਰ ਰਹੇ ਸੀ, ਕੋਈ 1 ਕਨਾਲ 2 ਕਨਾਲ ਜਾਂ ਜ਼ਿਆਦਾ ਤੋਂ ਜ਼ਿਆਦਾ 1 ਏਕੜ। ਤਾਂ ਅਸੀਂ ਹੌਲੀ ਹੌਲੀ ਰਿਸਰਚ ਐਂਡ ਡਿਵੈਲਪਮੈਂਟ ਦੇ ਵੱਲ ਵੀ ਵਧੇ। ਇੱਕ ਮਸ਼ੀਨ ਹੈ ਟਰੈਸ਼ ਐਨਾਲਾਈਜ਼ਰ, ਅਸੀਂ ਉਹਦੇ ਤੇ ਕੰਮ ਕੀਤਾ। ਮਾਡਰਨ ਇੰਸਟੀਟਿਊਟਸ ਦੀ ਵੀ ਹੈਲਪ ਲਿੱਤੀ ਔਰ ਆਪਣੇ ਲੋਕਲ ਆਰਟੀਜ਼ਨਸ, ਪੇਂਡੂ ਲੋਕਾਂ ਦੀ ਵੀ ਹੈਲਪ ਲਿੱਤੀ। मतलब ਅਸੀਂ ਕਹਿ ਦਿੰਦੇ ਹਾਂ ਕਿ ਨਾ ਕਿ ਸਾਡੇ ਪੇਂਡੂ ਲੋਕ ਪੜ੍ਹੇ ਲਿਖੇ ਨਹੀਂ ਹੈ, ਇਹਨਾਂ ਨੂੰ ਕੀ ਪਤਾ। ਸਭ ਤੋਂ ਜ਼ਿਆਦਾ ਗਿਆਨ ਇਹਨਾਂ ਦੇ ਕੋਲ ਹੀ ਹੈ। ਡਾਲਾ ਚਰਖਾ ਨਣਦਾ ਮੰਨੀ ਵੇਖ ਕੇ। ਮੈਂ ਇੱਕ ਬਿਜ਼ਨਸ ਫੈਮਿਲੀ ਤੋਂ ਹਾਂ, ਅਗਰਵਾਲ ਫੈਮਿਲੀ। ਤੇ ਸਾਡੇ ਘਰ ਦੇ ਵਿੱਚ ਤਾਂ ਖੇਤੀ ਨਹੀਂ ਹੁੰਦੀ, ਜ਼ਮੀਨ ਵੀ ਨਹੀਂ ਹੁੰਦੀ। ਅਗਰ ਜ਼ਮੀਨ ਹੁੰਦੀ ਵੀ ਹੈ ਤਾਂ ਅਸੀਂ ਖੁਦ ਕਲਟੀਵੇਟ ਨਹੀਂ ਕਰਦੇ। ਅਸੀਂ ਤਾਂ ਕਦੇ ਘਰ ਦੇ ਵਿੱਚ ਚਰਖਾ ਦੇਖਿਆ ਵੀ ਨਹੀਂ ਸੀਗਾ ਤੇ ਖੇਤੀ ਨਾਲ ਵੀ ਕੋਈ ਜ਼ਿਆਦਾ ਕਿਆ ਮਤਲਬ ਪਤਾ ਹੀ ਨਹੀਂ ਸੀਗਾ ਖੇਤੀ ਦਾ ਵੀ ਕੀ ਹੈ। ਤਾਂ ਇਹ ਪਿਛਲੇ 5-6 ਸਾਲਾਂ ਤੋਂ ਇਹ ਸਾਰਾ ਕੰਮ ਸ਼ੁਰੂ ਹੋਇਆ ਔਰ ਮੈਂ ਕੋਈ ਟੈਕਸਟਾਈਲ ਬੈਕਗਰਾਉਂਡ ਤੋਂ ਨਹੀਂ ਹਾਂ, ਮੇਰੀ ਕੋਈ ਡਿਜ਼ਾਈਨ ਦੀ ਬੈਕਗਰਾਉਂਡ ਵੀ ਨਹੀਂ ਹੈ। ਮੈਂ ਬਾਇਓਟੈਕਨੋਲॉजी ਦੇ ਵਿੱਚ ਗ੍ਰੈਜੂਏਟ ਹਾਂ ਔਰ ਉਸ ਤੋਂ ਬਾਅਦ ਮੈਂ ਮਾਸਟਰਸ ਕੀਤੀ ਹੈ ਡਿਵੈਲਪਮੈਂਟ ਸਟੱਡੀਜ਼ ਦੇ ਵਿੱਚ ਅਜੀਮ ਪ੍ਰੇਮਜੀ ਯੂਨੀਵਰਸਿਟੀ ਬੈਂਗਲੋਰ ਤੋਂ। ਤਾਂ ਮੇਰਾ ਸਾਇੰਸ ਔਰ ਸੋਸ਼ਲ ਸਾਇੰਸ ਦਾ ਬੈਕਗਰਾਉਂਡ ਹੈ। ਮੇਰੇ ਦਾਦੀ ਸੀਗੇ, ਉਹ ਮੇਰੇ ਪਾਪਾ ਬਹੁਤ ਛੋਟੇ ਸੀ ਉਦੋਂ ਹੀ ਉਹ ਐਕਸਪਾਇਰ ਹੋ ਗਏ ਸੀ। ਮੈਂ ਕਦੇ ਦੇਖਿਆ ਨਹੀਂ ਉਹਨਾਂ ਨੂੰ। ਮਤਲਬ ਇੱਕ ਜਨਰੇਸ਼ਨ ਪੂਰੀ ਐਸੀ ਰਹੀ ਵਿੱਚ ਮੇਰੇ ਮੰਮੀ ਵਾਲੀ ਜਾਂ ਤਾਈ ਜੀ ਵਾਲੀ ਜਿਨ੍ਹਾਂ ਨੇ ਚਰਖਾ ਬਿਲਕੁਲ ਨਹੀਂ ਚਲਾਇਆ ਜਾਂ ਬਿਲਕੁਲ ਨਹੀਂ ਦੇਖਿਆ। ਪਰ ਜਦੋਂ ਮੈਂ ਗੱਲ ਕਰਦੀ ਹਾਂ ਉਹਨਾਂ ਨਾਲ ਤਾਂ ਉਹ ਕਹਿੰਦੇ ਸੀ ਦਾਦੀ ਕਰਦੀ ਸੀ ਇਹ ਕੰਮ। ਤਾਂ ਯੂ ਆਰ ਰਾਈਟ ਕਿ ਮਤਲਬ ਅਗਰਵਾਲ ਫੈਮਿਲੀ ਹੋਵੇ ਜਾਂ ਕੋਈ ਵੀ ਫੈਮਿਲੀ ਹੋਵੇ ਪਰ ਹਰ ਘਰ ਦੇ ਵਿੱਚ ਇਹ ਹੁੰਦਾ ਸੀ। ਹਾਂ ਹੁੰਦਾ ਸੀਗਾ। ਇੱਕ ਚੀਜ਼ ਹੋਰ ਸੀ, ਕੁੜੀਆਂ ਨਾ ਅਕਸਰ ਮਤਲਬ ਜਿਵੇਂ ਨਾਨਕੇ ਘਰੇ ਪਲਦੀਆਂ ਸੀ। ਹਾਂ। ਤੇ ਉਹ ਨਾਨਕਿਆਂ ਨੂੰ ਬੋਝ ਨਹੀਂ ਸੀ ਲੱਗਦਾ ਕਿਉਂਕਿ ਜਿੱਥੇ 4 ਕੁੜੀਆਂ ਲਈ ਦਰੀਆਂ ਬਣਨੀਆਂ, ਇੱਕ 5ਵੀਂ ਲਈ ਬਣ ਜਾਂਦੀ ਸੀ ਕਿਉਂਕਿ ਖੇਤ 'ਚ ਕਾਟਨ ਆਉਣੀ ਹੈ ਤੇ ਘਰੇ ਹੀ ਕੱਤਣੀ ਹੈ ਤੇ ਕੱਤਣੀ ਵੀ ਕੁੜੀ ਨੇ ਆਪ ਹੀ ਹੁੰਦੀ ਸੀ, ਸਿਖਾ ਦਿੰਦੀਆਂ ਸੀ ਔਰਤਾਂ। ਹੁਣ ਕੋਈ ਮਤਲਬ ਮਹੀਨਾ ਨਹੀਂ ਰੱਖ ਕੇ ਰਾਜੀ। ਪਰਸਪੈਕਟਿਵ ਹੀ ਬਦਲ ਗਿਆ ਨਾ, ਪੈਸਾ ਆ ਗਿਆ ਨਾ ਕਿਉਂਕਿ ਹਰ ਚੀਜ਼ ਪੈਸੇ ਨਾਲ ਖਰੀਦੀ ਜਾ ਰਹੀ ਹੈ। ਉਹ ਕਲਚਰ ਰਾਹੀਂ ਪੈਦਾ ਹੁੰਦੀ ਸੀ। ਉਹ ਤਾਂ ਹੀ ਬਰਕਤ ਨਹੀਂ ਹੈ ਨਾ। ਸਾਡੇ ਪੰਜਾਬ ਦੇ ਵਿੱਚ ਇੱਥੇ ਟ੍ਰੈਡੀਸ਼ਨਲ ਚਰਖੇ ਹੁੰਦੇ ਆ ਲੱਕੜੀ ਵਾਲੇ ਵੱਡੇ ਤੇ ਮੇਰਾ ਬਾਕਸ ਚਰਖਾ ਹੈ ਉਹ ਬਕਸੇ ਦੀ ਤਰ੍ਹਾਂ ਬੰਦ ਹੋ ਜਾਂਦਾ, ਉਹਦੇ ਤੇ ਮੈਂ ਕਤਾਈ ਕਰਦੀ ਹਾਂ। ਪਟਿਆਲੇ ਜ਼ਿਲ੍ਹੇ ਦੇ ਵਿੱਚ ਮੇਰਾ ਪਿੰਡ ਹੈ ਤੇਪਲਾ ਔਰ ਪੰਜਾਬ ਦੇ ਬਾਰੇ ਪੜ੍ਹਿਆ, ਇੱਥੇ ਦੀ ਖੇਤੀ, ਸਿਹਤ, ਵਾਤਾਵਰਨ ਕਿ ਹਰੀ ਕ੍ਰਾਂਤੀ ਤੋਂ ਬਾਅਦ ਕੀ ਕੁਛ ਹੋਇਆ, ਲੋਕਾਂ ਦੀ ਸਿਹਤ ਕਿੰਨੀ ਖਰਾਬ ਹੈ, ਪਾਣੀ ਖਤਮ ਹੋ ਰਿਹਾ।
ਫਿਰ ਮੈਨੂੰ ਖੇਤੀ ਵਿਰਾਸਤ ਮਿਸ਼ਨ ਦਾ ਪਤਾ ਲੱਗਿਆ ਤੇ ਇੱਥੇ ਮੈਂ ਇੱਕ ਇੰਟਰਨਸ਼ਿਪ ਕਰਨ ਆਈ ਸੀਗੀ ਔਰ ਫਿਰ ਇੱਥੇ ਆਰਗੈਨਿਕ ਕਾਟਨ ਦਾ ਪ੍ਰੋਡਕਸ਼ਨ ਹੋ ਰਿਹਾ ਸੀ, ਦੇਸੀ ਕਪਾਹ, ਦੇਸੀ ਨਰਮਾ। ਤੇ ਆਰਗੈਨਿਕ ਕਾਟਨ ਜਿਹੜੀ ਹੈ ਉਹਦਾ ਅੱਗੇ ਕੁਝ ਹੋ ਨਹੀਂ ਪਾ ਰਿਹਾ ਸੀ, ਉਹ ਚਰਖੇ ਤੇ ਸਿਰਫ ਸੂਤ ਬਣ ਰਿਹਾ ਸੀ ਉਹਦਾ। ਪਰ ਜਿਹੜਾ ਕੱਪੜਾ ਬੁਣਨ ਵਾਲੇ ਹੈ ਉਹ ਹੁਣ ਬਿਲਕੁਲ ਘਟਦੇ ਜਾ ਰਹੇ ਹੈ ਜਾਂ ਫਿਰ ਵੱਡੀ ਉਮਰ ਦੇ ਵਿੱਚ ਹੈ, ਕੋਈ 50 ਸਾਲ ਦਾ ਹੈ, ਕੋਈ 60 ਸਾਲ ਦਾ ਹੈ ਤੇ ਉਹਨਾਂ ਤੋਂ ਬਾਅਦ ਇਹ ਕੰਮ ਕੋਈ ਨਹੀਂ ਕਰੇਗਾ। ਇਹ ਜਿਹੜਾ ਬੁਣਾਈ ਕਤਾਈ ਦਾ ਕੰਮ ਹੈ ਇਹ ਤੁਸੀਂ ਕਿੰਨੀ ਕੁ ਉਮਰ 'ਚ ਕਰਨ ਲੱਗੇ ਸੀ? ਮੈਂ ਜੀ 11 ਸਾਲ ਦੀ ਸੀ ਤੇ ਕੱਤਣ ਤਾਂ ਮੁੱਦ ਵੀ ਛੋਟੀ ਲੱਗ ਗਈ ਸੀ। ਹਾਂ, ਤੇ ਹੱਥ ਨੂੰ ਅਸੀਂ ਮਾਵਾਂ ਧੀਆਂ ਨੇ ਕਿਲੋ ਕੱਤ ਲੈਣਾ। ਫਿਰ ਮੇਰਾ ਬਾਪ ਬਾਹਰ ਕੰਮ ਤੇ ਜਾਂਦਾ, 2-2 ਮਹੀਨੇ ਮੁੜਦਾ ਨਹੀਂ ਸੀ, ਚਾਚਾ ਵੀ। ਫਿਰ ਅਸੀਂ ਸਹੇਲੀਆਂ ਇਕੱਠੀਆਂ ਕਰ ਲੈਣੀਆਂ, ਰਾਤ ਨੂੰ 12 ਵਜੇ ਤਾਈਂ ਅਸੀਂ ਇਕੱਠੀਆਂ ਹੋ ਕੇ ਕੱਤਣਾ। 10-10 12 ਜਾਣੀਆਂ ਹੋ ਜਾਂਦੀਆਂ, 12 ਵਜੇ ਤਾਈਂ ਕੱਤਣਾ। ਕੱਤ ਕੇ ਫਿਰ ਉਹ ਅਸੀਂ ਟੇਰ ਕੇ ਫਿਰ ਅਗਲੇ ਦਿਨ ਅਸੀਂ ਉਹ ਲਾ ਲੈਣਾ। ਦਿਨੇ ਮੈਂ ਤਾਣੀ ਦਾ ਕੰਮ ਕਰਦੀ ਸੀ, ਰਾਤ ਨੂੰ ਕਰੋਸ਼ੀਆ ਵੀ ਕਰਦੀ ਸੀ, ਬਰੀਕੀ ਕਢਾਈ ਦਾ ਕੰਮ ਕਰਦੀ ਸੀ, ਬੈੱਡ ਦੀਆਂ ਕਰੋਸ਼ੀਏ ਤੇ ਵੱਡੀਆਂ ਚਾਦਰਾਂ ਬੁਣਦੀ ਸੀ, ਸਵੈਟਰਾਂ ਵੀ ਬੁਣਦੀ ਸੀ, ਸਾਰਾ ਕੰਮ ਡੇਲੀ ਜਾਣਦੀ ਸੀ। ਪੰਜਾਬ ਦਾ ਟ੍ਰੈਡੀਸ਼ਨ ਰਿਹਾ ਹੈ ਕਿ ਆਪਣੀ ਬੇਟੀਆਂ ਨੂੰ ਵਿਆਹ ਦੇ ਵਿੱਚ ਜਿਹੜੇ ਵੀ ਬਿਸਤਰੇ ਹੈ, ਕੱਪੜਾ ਹੈ, ਦਰੀਆਂ ਦੇਣ ਦੇ ਲਈ ਉਹ ਆਪਣੇ ਹੱਥੀਂ ਤਿਆਰ ਕਰਦੇ ਸੀ ਤੇ ਹੁਣ ਸਾਰਾ ਬਾਜ਼ਾਰ ਤੋਂ ਆਉਂਦਾ। ਘਰ 'ਚ ਪਹਿਲਾਂ ਦਾਦੀ ਬਣਾਉਂਦੀ ਹੁੰਦੀ ਸੀਗੀ, ਉਦੋਂ ਅਸੀਂ ਛੋਟੇ ਸੀ। ਇਸ ਤੋਂ ਬਾਅਦ ਦੀਦੀਆਂ ਨਾਲ ਦਰੀਆਂ ਦੁਰੀਆਂ ਤਾਂ ਬੁਣ ਲੈਂਦੇ। ਸਰ ਮੈਨੂੰ ਖੱਡੀ ਦਾ ਕੰਮ ਨਹੀਂ ਆਉਂਦਾ ਸੀਗਾ, ਨਰਮਾ ਵੱਧ ਚੁਗ ਲੈਂਦੀ ਹਾਂ। ਫਿਰ ਮੈਂ ਇੱਥੇ ਮਸ਼ੀਨ ਚਲਾਉਣ ਲੱਗ ਗਈ ਵਡੇਵਿਆਂ ਵਾਲੀ। ਮੁੜ ਕੇ ਹੌਲੀ ਸਰ ਮੈਂ ਪੂਣੀਆਂ ਬਣਾਉਣ ਲੱਗ ਗਈ। ਪੂਣੀਆਂ ਤੋਂ ਬਾਅਦ ਮੈਂ ਬੰਬਲ ਵੱਟਣ ਲੱਗ ਗਈ। ਫਿਰ ਸਰ ਮੈਂ ਸਿੱਖ ਕੇ ਮੈਂ ਕਿਹਾ ਵੀ ਚੱਲ ਆਪਦੀਆਂ ਧੀਆਂ ਦਾ ਦਾਜ ਬਣਾ ਲਓ। 3 ਮੇਰੇ ਲਟਕੀਆਂ ਗਾ ਤੇ ਜੇ ਆਪ ਸਿੱਖੂੰਗੀ ਤਾਂ ਆਪਦੀਆਂ ਧੀਆਂ ਵੀ ਸਿੱਖ ਲੈਣੀਆਂ। ਵੀ ਆਪਦੀ ਮਿਹਨਤ ਕਰੂੰਗੀ, ਆਪਦੀਆਂ ਬੱਚਿਆਂ ਦਾ ਵੀ ਕੁਛ ਬਣਾ ਲਊਂਗੀ। ਬਾਜ਼ਾਰੋਂ ਲੈਣਾ ਪੈਗਾ ਤਾਂ ਮਹਿੰਗਾ ਪੈਂਦਾ ਗਾ, ਜਿਹੜਾ ਆਪਦੇ ਹੱਥੀਂ ਬਣਾਉਣਾ ਨਾਲੇ ਤਾਂ ਹੰਢਦਾ ਜ਼ਿਆਦਾ ਆ ਕੱਪੜਾ ਤੇ ਨਾਲੇ ਵੀ ਬਾਜ਼ਾਰੂ ਤਾਂ 100 ਅਗਲਾ ਕੁਛ ਪਾ ਕੇ ਦਿੰਦਾ, ਵਿੱਚ ਕਿਹੜਾ ਵੀ ਸਹੀ ਸੂਤ ਦਾ ਦੇ ਦਿੰਦੇ ਆ। ਪਰ ਕੱਚਾ ਮਾਲ ਪਿੱਛੋਂ ਆਉਣਾ ਬੰਦ ਹੋ ਗਿਆ, ਕਿਸਾਨਾਂ ਨੇ ਇਹ ਕੰਮ ਬੰਦ ਕਰਤਾ ਕਿਉਂਕਿ ਝੋਨਾ ਹੁਣ ਜ਼ਿਆਦਾਤਰ ਹੁੰਦਾ ਤੇ ਜਿਹੜੀ ਕਪਾਹ ਨਰਮਾ ਹੁੰਦੀ ਵੀ ਹੈ ਤਾਂ ਉਹ ਬੀਟੀ ਨਰਮਾ ਹੁੰਦਾ ਸਾਰਾ, ਜਿਹੜਾ ਇੰਡਸਟਰੀ ਨੂੰ ਜਾਂਦਾ। ਤਾਂ ਦੇਸੀ ਕਪਾਹ ਆਪਣੀ ਇੱਕ ਤਰ੍ਹਾਂ ਦੀ ਖਤਮ ਹੀ ਹੋ ਗਈ ਹੈ, ਬਹੁਤ ਥੋੜੇ ਸਕੇਲ ਤੇ ਹੋ ਰਹੀ ਹੈ। ਤਾਂ ਉਹ ਸਾਰੀ ਕੜੀਆਂ ਆਪਸ ਦੇ ਵਿੱਚ ਜੋੜੀਆਂ ਤੇ ਇਹਦੇ ਵਿੱਚ ਬੀਬੀਆਂ ਦੀ ਕੀ ਭੂਮਿਕਾ ਹੈ, ਮਹਿਲਾਵਾਂ ਦੀ ਕੀ ਭੂਮਿਕਾ ਹੈ, ਉਹ ਸਾਨੂੰ ਸਮਝ ਚਾਹੀ ਕਿਉਂਕਿ ਬੀਬੀਆਂ ਤੋਂ ਬਿਨਾਂ ਇਹ ਕੰਮ ਸੰਭਵ ਨਹੀਂ ਹੈ। ਤੇ 3 ਭੈਣਾਂ ਸੀ ਆਪ ਸੀ ਤੇ 5 ਚਾਚੇ ਦੀਆਂ ਧੀਆਂ ਸੀ। ਸਾਰਿਆਂ ਨੇ ਦਾਜ ਆਪਦਾ ਆਪ ਤਿਆਰ? ਹਾਂ, ਆਪ ਤਿਆਰ ਕੀਤਾ ਸੀ ਜੀ ਸਾਡੇ ਹੱਥੀਂ। 2 ਨਨਾਨਾ ਸੀ, ਉਹਨਾਂ ਦਾ ਵੀ ਕਰਿਆ ਜੀ। ਸਦੀ ਮੇਰੇ ਸਹੁਰਾ ਦਾ ਸੀ ਵੀ ਘੱਟ ਦੇਣਾ ਦਾਜ, ਨਹੀਂ ਜੀ ਮੈਂ ਕਿਹਾ ਜੇ ਆਪਾਂ ਹੱਥੀਂ ਕੰਮ ਕਰਦੇ ਹਾਂ ਕੋਈ ਗੱਲ ਨਹੀਂ, ਜੇ ਵੱਧ ਦਿੱਤਾ ਜਾਊ ਕੋਈ ਗੱਲ ਨਹੀਂ। ਪਰ ਹੁਣ ਉਹਨਾਂ ਦੇ ਹੱਥਾਂ ਤੋਂ ਇਹ ਹੁਨਰ ਜਾ ਰਿਹਾ, ਖਤਮ ਹੋ ਰਿਹਾ ਤੇ ਜਿਹੜੀ ਅਗਲੀ ਜਨਰੇਸ਼ਨ ਹੈ ਉਹਨੂੰ ਇਸ ਕੰਮ ਦੇ ਬਾਰੇ ਪਤਾ ਵੀ ਨਹੀਂ। ਉਹਨੂੰ ਚਰਖਾ ਨਹੀਂ ਪਤਾ, ਉਹਨੂੰ ਗਲੋਟਾ ਨਹੀਂ ਪਤਾ, ਉਹਨੂੰ ਤਕਲਾ ਨਹੀਂ ਪਤਾ, ਉਹਨੂੰ ਪੈਡਲ ਨਹੀਂ ਪਤਾ, ਰਚ ਨਹੀਂ ਪਤਾ। ਤਾਂ ਇੱਕ ਤਰ੍ਹਾਂ ਦਾ ਅਸੀਂ ਬਹੁਤ ਗਰੀਬ ਹੋ ਗਏ ਹਾਂ ਕਿਉਂਕਿ ਗਰੀਬੀ ਸਿਰਫ ਪੈਸੇ ਦੀ ਨਹੀਂ ਹੁੰਦੀ, ਉਹ ਸਾਡੇ ਗਿਆਨ ਦੀ, ਸਾਡੇ ਵਿਰਸੇ ਦੀ, ਸਾਡੇ ਸੱਭਿਆਚਾਰ ਦੀ ਵੀ ਅਮੀਰੀ ਗਰੀਬੀ ਹੁੰਦੀ ਹੈ। ਇੱਕ ਦਿਨ ਮੈਂ ਆ ਰਹੀ ਸੀ ਇੱਥੇ, ਮੈਂ ਬੱਸ ਵਿੱਚ ਬੈਠੀ ਸੀ, ਮੇਰੇ ਵੱਲ ਸਾਰੀਆਂ ਆਂਟੀਆਂ ਦੇਖਣ, ਮਤਲਬ ਵੀ ਹੱਥ ਲਾ ਕੇ ਦੇਖਣ ਵੀ ਤੂੰ ਕਿੱਥੋਂ ਖਰੀਦਿਆ, ਕਿਵੇਂ, ਵੀ ਅੱਜ ਕੱਲ੍ਹ ਤਾਂ ਇਹ ਕਰਦਾ ਹੀ ਨਹੀਂ ਕੋਈ। ਵੀ ਵਧੀਆ ਲੱਗਦਾ ਸਿੱਖਣਾ, ਵੀ ਆਪ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਜਿਹੜਾ ਆਪਾਂ ਕੱਪੜਾ ਪਾਉਣਾ ਕਿਵੇਂ ਬਣਦਾ। ਮਤਲਬ ਰੂਪਸੀ ਨੇ ਮਾਵਾਂ ਵਾਲਾ ਕੰਮ ਕਰਤਾ ਤੁਹਾਡੇ? ਹਾਂਜੀ, ਸਾਨੂੰ ਵਧੀਆ ਲੱਗਦਾ ਵੀ ਇੰਨਾ ਵਧੀਆ ਸਾਡੇ ਨਾਲ ਪਰਿਵਾਰ ਜੁੜਿਆ ਹੋਇਆ ਹੈਗਾ ਸਾਡਾ ਆਪਦੇ ਮੈਂਬਰਾਂ ਵਾਂਗੂ, ਤੇ ਸਾਨੂੰ ਸ਼ੌਂਕ ਸੀਗਾ ਜਿਹੜੇ ਸਾਡੇ ਪੂਰੇ ਹੋ ਜਾਣਗੇ। ਜਿਵੇਂ ਜੀ ਹੁਣ ਦਾਜ ਵਗੈਰਾ ਕਹਿ ਦਿੰਦੇ ਆ ਜਿਹਨੂੰ, ਤੇ ਉਹ ਵੀ ਮੈਂ ਤਾਂ ਕਹਿੰਦੀ ਵੀ ਮੈਂ ਆਪਦਾ ਖੁਦ ਹੀ ਤਿਆਰ ਕਰਨਾ, ਨਲਿਆਏ ਨਹੀਂ ਵੀ ਹਾਂ ਜਿਹੜੀ ਚੀਜ਼ ਦੇਖ ਲਈ ਉਹ ਨਹੀਂ, ਜਿਹੜੀ ਮੈਨੂੰ ਸੋਹਣੀ ਲੱਗੂ ਉਹੀ ਚੀਜ਼ ਬਣਾਉਣੀ ਆ, ਵਧੀਆ ਲੱਗੂ। ਇਸ ਕਰਕੇ ਸਾਨੂੰ ਇਹ ਬੁਣਕਰ ਪਾਠਸ਼ਾਲਾ ਜ਼ਰੂਰੀ ਲੱਗੀ ਕਿ ਅਸੀਂ ਇਹ ਕੋਰਸ ਚਲਾਈਏ 1 ਮਹੀਨੇ ਦਾ, ਜਿਹਦੇ ਵਿੱਚ 8-10 ਬੀਬੀਆਂ ਨੂੰ ਜਾਂ ਯੰਗ ਕੁੜੀਆਂ ਨੂੰ ਅਸੀਂ ਟ੍ਰੇਨਿੰਗ ਦਈਏ ਕਿ ਵੀਵਿੰਗ ਦਾ ਕੰਮ ਕਿਵੇਂ ਹੁੰਦਾ ਹੈ। ਵੀਵਿੰਗ ਮਤਲਬ ਬੁਣਾਈ, ਕੱਪੜੇ ਦੀ ਬੁਣਾਈ, ਕਿਉਂਕਿ ਨਾ ਤਾਂ ਖਾਲੀ ਕਪਾਹ ਡਾਇਰੈਕਟਲੀ ਯੂਜ਼ ਹੋ ਪਾਏਗੀ, ਨਾ ਧਾਗਾ ਯੂਜ਼ ਹੋ ਪਾਏਗਾ, ਕੱਪੜਾ ਹੀ ਯੂਜ਼ ਹੋ ਪਾਏਗਾ। ਉਹਦਾ ਅਸੀਂ ਕੁਝ ਸੂਟ ਬਣਾਉਣਾ ਹੈ, ਕੋਈ ਡਰੈਸ ਬਣਾਉਣੀ ਹੈ, ਚਾਦਰ ਬਣਾਉਣੀ ਹੈ। ਇਹ ਕੰਮ ਆਂਦਾ ਤਾਂ ਸਭ ਨੂੰ ਹੈ, ਪਰ ਕਿਸੇ ਨੇ 5 ਸਾਲ ਤੋਂ ਛੱਡਤਾ, ਕਿਸੇ ਨੇ 2 ਸਾਲ ਤੋਂ ਛੱਡਤਾ, ਕਿਸੇ ਨੇ 20 ਸਾਲ ਤੋਂ ਛੱਡਤਾ, ਪਰ ਕੁਝ ਲੋਕ ਐਸੇ हैं ਜਿਹੜੇ ਲਗਾਤਾਰ ਕਰ ਰਹੇ हैं। ਤਾਂ ਸਾਡੇ ਨਾਲ ਐਸੇ ਕੋਈ 10-12 ਬੁਣਕਰ ਜੁੜੇ ਹੋਏ हैं। ਨਰਮਾ ਚੁਗਣਾ ਵੀ ਆਪ ਬਣਾ ਲਈਦਾ ਸੀ ਜੀ, ਪਤਾ ਸੀ ਵੀ ਮੋਟਾ ਚੂਣਾ ਤੇ ਬਣਾ ਲੈਣਾ, ਤੇ 50-55 ਕਿਲੋ ਆਮ ਨਰਮਾ ਵੀ ਚੁਗ ਦਈਦਾ ਸੀ। ਤੇ ਹੁਣ ਵੀ ਸਹੁਰਿਆਂ ਦੇ ਘਰੇ ਆ ਕੇ ਵੀ ਕੋਈ ਘਰਦਿਆਂ ਨੂੰ ਫਿਕਰ ਨਹੀਂ ਸੀ ਵੀ ਅੱਜ ਦੇਣਾ ਲੈਣਾ, ਆਪਦੇ ਪੈਸੇ ਕਮਾਈਦੇ ਸੀ, ਖੁੱਲ੍ਹੇ ਡੁੱਲੇ ਵਰਤੀਦੇ ਸੀ ਜੇ ਕਮਾਉਂਦੇ ਸੀ ਤਾਂ।
ਪਹਿਲੀ ਚੀਜ਼ ਤਾਂ ਹਰ ਇੱਕ ਕੁੜੀ ਦੇ ਹੁੰਦੇ ਆ ਸੁਪਨਾ ਹੈ ਨਾ ਵੀ ਉਹਦੇ ਸ਼ੌਂਕ, ਮੈਂ ਆਪਦੇ ਸ਼ੌਂਕ ਪੂਰੇ ਕਰਾਂ। ਮੈਂ ਤਾਂ ਜਦੋਂ ਦੀ ਇੱਥੇ ਲੱਗੀ ਹਾਂ ਜੀ, ਮੈਂ ਤਾਂ ਆਪਦੇ ਘਰਦਿਆਂ ਤੋਂ 1 ਰੁਪਈਆ ਨਹੀਂ ਮੰਗਿਆ। ਮੈਂ ਤਾਂ ਖੁਦ ਕਮਾਉਣੀ ਆ, ਆਪਦੇ ਸ਼ੌਂਕ ਪੂਰੇ ਕਰਦੀ ਹਾਂ ਅਤੇ ਉਹਨਾਂ ਨੂੰ ਦਿੰਦੀ ਵੀ ਹਾਂ। ਤੇ ਫਿਰ ਆਪਾਂ ਇਹ ਰੁਚੀ ਆਪਣੇ ਕੋਲ ਜਾਣ ਲੱਗ ਪਈ। 4 ਸਾਲ ਹੋ ਗਏ ਮੇਰੇ ਨਾਲ ਜੁੜੀ ਨੂੰ ਵਿਚਾਰੀ ਨੂੰ, ਐਵੇਂ ਆਖ ਗਏ। ਤੇ ਬਹੁਤ ਇਹਨੇ ਵਿਚਾਰੀ ਨੂੰ ਉੱਥੇ ਫਿਰ ਬਹੁਤ ਕੱਪੜਾ ਬਣਵਾਇਆ ਨੇ। ਫਿਰ ਮੈਂ ਆਪ ਦੁਕਾਨ ਕਰ ਲਈ। ਹੁਣ ਮੈਂ ਸੂਟ ਵੀ ਵੇਚਦੀ ਹਾਂ। ਪਾਣੀਪਤ ਤੋਂ ਪੁੜਾ ਵੀ ਲਿਆ ਲਿਆ 200 ਮੀਟਰ 300 ਲੰਮਾ ਵੇਚਦੀ ਹਾਂ ਘਰੇ। ਖੱਡੀਆਂ ਵੀ ਇਸ ਟਾਈਮ 2 ਲੱਗੀਆਂ ਘਰੇ। ਨੂੰਹਾਂ ਬੁਣ ਲੈਂਦੀਆਂ, ਮੁੰਡੇ ਬੁਣ ਲੈਂਦੇ, 6 ਸਾਲ ਦਾ ਪੋਤਾ ਬੁਣ ਲੈਂਦਾ। ਔਰ ਪਹਿਲਾਂ ਤਾਂ ਸਾਨੂੰ ਇਹ ਲੱਗਿਆ ਕਿ ਠੀਕ ਹੈ ਘਰ ਜਾ ਕੇ ਉਹਨਾਂ ਨੂੰ ਕੰਮ ਦੇ ਦਿੰਦੇ ਆ, ਪਰ ਸਾਡੇ ਲਈ ਵੀ ਸੰਭਵ ਨਹੀਂ ਹੈ ਹਰ ਕਿਸੇ ਦੇ ਘਰ ਜਾਣਾ, ਉਹਨਾਂ ਨੂੰ ਸਾਰਾ ਰॉ ਮਟੀਰੀਅਲ ਦੇਣਾ, ਸਾਰੇ ਪ੍ਰੋਡਕਟ ਕਲੈਕਟ ਕਰਨੇ। ਤਾਂ ਇਸ ਕਰਕੇ ਅਸੀਂ ਇਹ ਇੱਕ ਕਾਮਨ ਫੈਸਿਲਿਟੀ ਸੈਂਟਰ ਦੀ ਤਰ੍ਹਾਂ ਵੀ ਬਣਾਇਆ ਹੈ। ਪਰ ਇਹ ਜ਼ਿੰਦਗੀ ਜੀਣ ਦਾ ਤਰੀਕਾ ਆਪਣੇ ਆਪ ਨੂੰ ਪਹਿਚਾਨਣਾ, ਆਪਣੇ ਪਿੰਡ ਨੂੰ ਪਹਿਚਾਨਣਾ, ਆਪਣੇ ਦੇਸ਼ ਨੂੰ ਪਹਿਚਾਨਣਾ। ਐਂਡ ਨਾਓ ਆਈ ਫੀਲ ਲਾਈਕ ਕਿ ਆਈ ਬਿਲੋਂਗ ਟੂ ਦਿਸ ਪਲੇਸ। ਉਹ ਕਹਿ ਦਿੰਦੇ ਆ ਨਾ ਕਿ ਤੁਹਾਡੀ ਜੜ੍ਹਾਂ ਹੈ ਇੱਥੇ। ਮੈਨੂੰ ਇੱਥੇ ਇੰਨੀ ਸਾਰੀ ਓਪਰਚੁਨਿਟੀਜ਼ ਦਿਖਦੀਆਂ ਆਸ-ਪਾਸ ਕਿ ਜਿਹੜੇ ਸਾਡੇ ਪਿੰਡ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਸੰਪੂਰਨ ਇਕਾਈ ਹੈ, ਕਿਉਂਕਿ ਪਿੰਡ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਲੋਕ ਹੁੰਦੇ ਹੈ, ਵੱਖ-ਵੱਖ ਤਰ੍ਹਾਂ ਦੇ ਕੰਮ ਹੁੰਦੇ ਹੈ ਤੇ ਪਿੰਡ ਦੀ ਜਿਹੜੀ ਲੋਕਲ ਜ਼ਰੂਰਤ ਹੈ ਉਹ ਪਿੰਡ ਤੋਂ ਹੀ ਪੂਰੀ ਹੁੰਦੀ ਹੈ। ਔਰ ਸਾਡੇ ਦੇਸ਼ ਦੇ ਵਿੱਚ 65 ਤੋਂ 70% ਅਜੇ ਵੀ ਏਰੀਆ ਪੇਂਡੂ ਏਰੀਆ ਹੈ। ਪਿੰਡ ਦੇ ਵਿੱਚ ਸਭ ਤੋਂ ਜ਼ਿਆਦਾ ਲੋਕ ਵੀ ਰਹਿੰਦੇ ਨੇ। ਸਾਡੀ ਸਭ ਤੋਂ ਵੱਡੀ ਤਾਕਤ ਹੈ ਸਾਡੇ ਖੇਤ, ਸਾਡੀ ਮਿੱਟੀ, ਜਿਹੜੇ ਕੁਝ ਵੀ ਪੈਦਾ ਕਰ ਸਕਦੇ हैं, ਜਿਹੜਾ ਇਨਸਾਨ ਨੂੰ ਇੱਕ ਸਹਿਜ ਜ਼ਿੰਦਗੀ ਜੀਣ ਦੇ ਲਈ ਚਾਹੀਦਾ। ਸਭ ਤੋਂ ਜ਼ਿਆਦਾ ਪ੍ਰੋਡਕਸ਼ਨ ਵੀ ਉੱਥੇ ਹੀ ਹੁੰਦਾ ਹੈ, ਜਿਹੜਾ ਕੱਚਾ ਮਾਲ ਹੈ, ਕਿਉਂਕਿ ਖੇਤ ਪਿੰਡਾਂ ਦੇ ਵਿੱਚ ਹੈ। ਸਭ ਤੋਂ ਪਹਿਲਾਂ ਚਾਹੀਦਾ ਭੋਜਨ, ਉਹ ਕੋਈ 2 ਟਾਈਮ ਖਾਏ ਜਾਂ 3 ਟਾਈਮ ਖਾਏ, ਚੰਗਾ ਭੋਜਨ। ਫਿਰ ਉਹਨੂੰ ਚਾਹੀਦਾ ਕੱਪੜਾ, ਉਹ ਵੀ ਸਾਡੇ ਖੇਤਾਂ 'ਚੋਂ ਆਉਣਾ। ਫਿਰ ਉਹਨੂੰ ਚਾਹੀਦਾ ਇੱਕ ਮਕਾਨ, ਇੱਕ ਛੱਤ, ਤਾਂ ਉਹਦਾ ਵੀ ਜਿਹੜਾ ਰॉ ਮਟੀਰੀਅਲ ਹੈ ਪਹਿਲਾਂ ਤਾਂ ਖੇਤਾਂ ਤੋਂ ਹੀ ਆਉਂਦਾ ਸੀ, ਪਰ ਹੁਣ ਇਹ ਕੰਕਰੀਟ ਦਾ ਹੈ। ਫਿਰ ਹੈਗਾ ਹੈਲਥ, ਮੈਡੀਸਨ, ਉਹ ਵੀ ਜਿਹੜੀ ਆਪਣੀ ਜੜੀ ਬੂਟੀਆਂ ਹੈ, ਕਾੜੇ ਹੈ, ਪੱਤੇ ਹੈ, ਉਹ ਵੀ ਸਾਰਾ। ਫਰਨੀਚਰ, ਉਹਦੇ ਲਈ ਜਿਹੜੀ ਲੱਕੜੀ ਹੈ ਉਹ ਵੀ ਸਾਰੀ ਖੇਤ ਤੋਂ ਆਉਣੀ ਹੈ। ਤਾਂ ਖੇਤ ਤਾਂ ਸਾਨੂੰ ਇੰਨਾ ਕੁਝ ਦੇ ਸਕਦੇ ਆ। ਜਿਹੜੀਆਂ ਬੀਬੀਆਂ ਤੁਹਾਡੇ ਨਾਲ ਜੁੜੀਆਂ ਹੋਈਆਂ ਨੇ, ਜਿਹੜੀਆਂ ਜਾਂ ਤੁਸੀਂ ਉਹਨਾਂ ਨਾਲ ਨੂੰ ਕੋਆਰਡੀਨੇਟ ਕਰਕੇ ਇੱਕ ਟੀਮ ਬਣਾਤੀ ਹੈ ਨਾ, ਜਿਹੜੀਆਂ ਆਲਰੇਡੀ ਕਰ ਰਹੀਆਂ ਨੇ, ਉਹਦੇ ਪ੍ਰੋਡਕਟ ਤਿਆਰ ਕਰਦੀਆਂ, ਫਿਰ ਉਹ ਸੇਲ ਕਿੱਥੇ ਹੁੰਦੀ ਹੈ? ਸਾਡੇ ਕੋਲ ਤਾਂ ਡਿਮਾਂਡ ਬਹੁਤ ਜ਼ਿਆਦਾ ਹੈ, ਪ੍ਰੋਡਕਸ਼ਨ ਘੱਟ ਹੈ, ਡਿਮਾਂਡ ਜ਼ਿਆਦਾ ਹੈ। ਹੁਣ ਇਹ ਜਿਹੜਾ ਕੱਪੜਾ ਅਸੀਂ ਆਪਣੇ ਆਸ-ਪਾਸ ਲਗਾਇਆ ਹੋਇਆ ਹੈ, ਸਾਡਾ ਖੁਦ ਦਾ ਪ੍ਰੋਡਕਸ਼ਨ ਹੈ ਸਾਰਾ। ਦਰੀਆਂ, ਪਾਣ ਵਾਲਾ ਕੱਪੜਾ, ਕੁਝ ਤੋਲੀਏ, ਕੁਝ ਸਟਾਲ, ਇਹ ਅਸੀਂ ਸਾਰਾ ਖੁਦ ਬਣਾਉਂਦੇ ਹਾਂ ਅਤੇ ਸਾਡਾ ਜੈਤੋ ਤੋਂ ਹੀ ਵਿਕ ਜਾਂਦਾ ਹੈ। ਪਹਿਲਾਂ ਤਾਂ ਅਸੀਂ ਕੁਝ ਐਗਜ਼ੀਬਿਸ਼ਨਸ ਵੀ ਕਰਦੇ ਸੀ ਕੋਵਿਡ ਤੋਂ ਪਹਿਲਾਂ, ਪਰ ਉਸ ਤੋਂ ਬਾਅਦ ਅਸੀਂ ਕੋਈ ਐਗਜ਼ੀਬਿਸ਼ਨ ਕੀਤਾ ਵੀ ਨਹੀਂ, ਸਾਨੂੰ ਜ਼ਰੂਰਤ ਹੀ ਨਹੀਂ ਪਈ, ਕਿਉਂਕਿ ਇੱਥੇ ਹੀ ਇੰਨੀ ਜ਼ਿਆਦਾ ਡਿਮਾਂਡ ਹੈ। ਲੋਕ ਵੱਡੇ ਵੱਡੇ ਆਰਡਰ ਦਿੰਦੇ ਆ ਜਿਹੜੇ ਅਸੀਂ ਫੁੱਲਫਿਲ ਨਹੀਂ ਕਰ ਪਾਉਂਦੇ। ਤਾਂ ਇਸੇ ਕਰਕੇ ਹੈ ਕਿ ਅਗਰ ਪ੍ਰੋਡਕਸ਼ਨ ਸਾਡੀ ਸਟ੍ਰੀਮਲਾਈਨ ਹੋਏਗੀ, ਔਰ ਉਹ ਪ੍ਰੋਡਕਸ਼ਨ ਉਦੋਂ ਹੀ ਹੋਏਗੀ ਜਦੋਂ ਕੱਪੜਾ ਬਣਨਾ ਸ਼ੁਰੂ ਹੋਏਗਾ। ਤਾਂ ਉੱਪਰ ਅਸੀਂ 6 ਹੈਂਡਲੂਮ ਲਗਾਈ ਹੋਈ ਹੈ, ਹੱਥ ਖੱਡੀ। ਇੱਕ ਸਾਡੀ ਹੱਥ ਖੱਡੀ ਇੱਥੇ ਹੈ। ਇਹ ਪੰਜਾਬ ਦੇ ਵਿੱਚ ਜ਼ਿਆਦਾਤਰ ਘਰ ਘਰ ਦੇ ਵਿੱਚ ਚੱਲਦੀ ਸੀ। ਜਿਹੜੀ ਉਹ ਦੂਜੀ ਖੱਡੀ ਹੈ, ਫਲਾਈ ਸ਼ਟਲ ਲੂਮ ਉਹਨੂੰ ਕਹਿੰਦੇ ਆ, ਉਹ ਜ਼ਿਆਦਾਤਰ ਜੁਲਾਹਿਆਂ ਦੇ ਕੋਲ ਹੁੰਦੀ ਸੀ। ਬੀਬੀਆਂ ਤਾਂ ਉਹਨੂੰ ਨਹੀਂ ਚਲਾਉਂਦੀਆਂ ਸੀ, ਪਰ ਜ਼ਿਆਦਾਤਰ ਉਹ ਵੱਡੀ ਖੱਡੀ ਸਾਡੇ ਪੰਜਾਬ ਦੇ ਵਿੱਚ ਜੈਂਟਸ ਹੀ ਚਲਾਉਂਦੇ ਤੇ ਉਹ ਪ੍ਰੋਡਕਸ਼ਨ ਵੀ ਜ਼ਿਆਦਾ ਦਿੰਦਾ। ਤੇ ਕੁਝ ਕੱਪੜਾ ਸਾਡਾ ਬਾਹਰ ਵੀ ਜਾਂਦਾ, ਕੈਨੇਡਾ ਵੀ ਗਿਆ ਹੈ, ਬ੍ਰਿਟਿਸ਼ ਐਮਬੈਸੀ ਵੀ ਗਿਆ ਹੈ, ਔਰ ਦੇਸ਼ ਦੇ ਵੀ ਅਲੱਗ-ਅਲੱਗ ਹਿੱਸਿਆਂ ਦੇ ਵਿੱਚ, ਸਾਊਥ ਇੰਡੀਆ, ਮਹਾਰਾਸ਼ਟਰ, ਗੁਜਰਾਤ। ਕੱਪੜੇ ਦੀ ਤਾਂ ਕਾਫੀ ਡਿਮਾਂਡ ਹੈ, ਕਿਉਂਕਿ ਕਾਟਨ ਹੈ ਪੂਰਾ ਔਰ ਹੱਥ ਦਾ ਕੱਪੜਾ ਹੈ, ਤਾਂ ਇਹਦੀ ਇੱਕ ਅਲੱਗ ਹੀ ਪਹਿਚਾਣ ਹੈ। ਇਹਦਾ ਕੋਈ ਸੇਲ ਪੁਆਇੰਟ ਵੀ ਬਣਾਇਆ ਤੁਸੀਂ ਜੈਤੋ ਦੇ ਵਿੱਚ? ਸੇਲ ਪੁਆਇੰਟ ਐਸ ਸੱਚ ਕੋਈ ਮਾਰਕੀਟ ਦੇ ਵਿੱਚ ਨਹੀਂ ਹੈ, ਪਰ ਜਿੱਥੇ ਸਾਡਾ ਆਫਿਸ ਹੈ ਤਾਂ ਉੱਥੇ ਹੀ ਅਸੀਂ ਇਹ ਸਾਰਾ ਕੱਪੜਾ ਰੱਖਿਆ ਹੋਇਆ ਹੈ ਤੇ ਜਿਹੜੇ ਲੋਕਾਂ ਨੂੰ ਪਤਾ ਹੁੰਦਾ ਉਹ ਫਿਰ ਸਾਡੇ ਤੋਂ ਆ ਕੇ ਲੈ ਜਾਂਦੇ। ਖੇਤੀ, ਕਿਸਾਨੀ, ਕਾਰੀਗਰੀ, ਇਹ ਕੰਮ ਕਦੇ ਨਹੀਂ ਖਤਮ ਹੋਣਗੇ। ਅਗਰ ਹੋਣੇ ਹੁੰਦੇ ਤਾਂ ਅੱਜ ਸਾਨੂੰ ਇਹਦੇ ਅੰਸ਼ ਨਹੀਂ ਮਿਲਦੇ। ਮਤਲਬ ਜਵਾ ਕੇ ਆ ਦਿੰਦੇ ਚੁੱਲ੍ਹੇ ਚਲਾ ਦੇ, ਕੀ ਕਰਾਉਣਾ ਇਹਨਾਂ ਤੋਂ। ਤੇ ਐਂ ਨਹੀਂ ਪਤਾ ਵੀ ਇਹ ਆਪਣਾ ਜਿਉਣ ਮਰਨੇ ਦਾ ਪੜਦਾ ਹੈ ਕੱਪੜਾ, ਜਿਉਣ ਮਰਨੇ ਦਾ ਪੜਦਾ ਇਹ। ਕਿਸੇ ਬੀਬੀ ਦੇ ਕੋਲ ਕੋਈ ਰਚ ਪਿਆ ਹੈ, ਕੋਈ ਕੰਘੀ ਪਈ ਹੈ, ਕੋਈ ਖੱਡੀ ਦਾ ਫਰੇਮ ਪਿਆ ਹੈ। ਬਹੁਤ ਸਾਰੇ ਲੋਕਾਂ ਨੇ ਬਾਲ ਵੀ ਦਿੱਤੇ, ਚਰਖੇ ਲੋਹੜੀ ਦੇ ਵਿੱਚ ਬਾਲ ਦਿੰਦੇ, ਮੈਨੂੰ ਸਮਝ ਨਹੀਂ ਆਉਂਦਾ ਕਿਉਂ ਕਰਦੇ ਆ ਉਹ, ਠੀਕ ਹੈ। ਖੱਡੀ ਦਾ ਸਮਾਨ ਕਬਾੜੀ ਨੂੰ ਚੁਕਾ ਦਿੰਦੇ ਆ। ਹੋਏ ਆ ਅਸੀਂ ਗਰੀਬ ਹੋਏ ਆ, ਸਾਡਾ ਉਹ ਲੈਵਲ ਡਾਊਨ ਆਇਆ ਹੈ ਕਿ ਜਿਹੜੀਆਂ ਚੀਜ਼ਾਂ ਸਾਨੂੰ ਸੰਪੂਰਨ ਕਰਦੀਆਂ ਸੀ, ਸਾਡੀ ਜ਼ਰੂਰਤਾਂ ਵੀ ਪੂਰੀਆਂ ਕਰਦੀਆਂ ਸੀ। ਕੀ ਮਹਿਸੂਸ ਹੁੰਦਾ ਸਾਨੂੰ ਜਦੋਂ ਇੰਨਾ ਇਹਦੀ ਮਹੱਤਤਾ ਸੀ ਘਰ 'ਚ, ਹੁਣ ਲੋਕ ਮਤਲਬ ਇਹਨੂੰ ਕੋਈ ਅਗਲਾ ਕਹਿੰਦਾ ਬਾਜ਼ਾਰੋਂ ਲਿਆਓ ਨਾ, ਦਰੀ ਵੀ ਲੈਣੀ ਬਾਜ਼ਾਰੋਂ ਲਿਆਓ? ਨਹੀਂ, ਉਹ ਤਾਂ ਗੱਲ ਹੀ ਨਹੀਂ ਬਣਦੀ ਬਾਜ਼ਾਰ ਵਾਲੇ ਲੀੜੇ ਦੀ। ਤਾਂ ਜੇ ਆਪਣਾ ਲੀੜਾ ਇਹ 10 ਸਾਲ ਨਹੀਂ ਜਾਂਦਾ, ਬਾਜ਼ਾਰ ਵਾਲਾ ਲਿਆਓ 6 ਮਹੀਨੇ ਕੱਢਦਾ, ਰੰਗ ਪੇਂਟ ਹੋ ਜਾਂਦੇ ਆ, ਖਰਾਬ ਹੋ ਜਾਂਦੇ ਆ। ਇਹ ਜਿਵੇਂ ਧੋਵਾਂਗੇ ਆਪਾਂ ਉਵੇਂ ਵੀ ਨਿਖਰਦਾ। ਮਨ 'ਚ ਮਹਿਸੂਸ ਕੀ ਹੁੰਦਾ ਵੀ ਲੋਕ ਛੱਡਦੇ ਜਾ ਰਹੇ ਦੇਖ ਕੇ? ਹਾਂ, ਬਹੁਤ ਜ਼ਿਆਦਾ ਹੁੰਦਾ। ਹੁਣ ਜਦੋਂ ਆਪਣੇ ਇੱਥੇ ਤੋਰਿਆ, ਮੇਰਾ ਮਨ ਬਹੁਤ ਖੁਸ਼ ਹੈ।
ਹਾਂ ਮੈਂ ਕਿਹਾ ਸ਼ੁਕਰ ਆ ਜੀ ਇਹਨੇ ਯਾਦ ਦਿਨ ਲਿਆਂਦਾ ਸਾਡੇ ਤੇ ਬੀਬੀਆਂ ਭੈਣਾਂ ਕੰਮ ਲੱਗਣਗੀਆਂ। ਹੁਣ ਆਇਆ ਵੀ ਮੰਮੀ ਹੋਰਾਂ ਨੂੰ ਵੀ ਬਣਾ ਕੇ ਦੇਵਾਂਗੇ, ਬਸ ਅੱਗੇ ਚਲਾਵਾਂਗੇ ਜੀ, ਕਰਾਂਗੇ। ਜਿਹੜੀ ਕੁੜੀ ਤੁਹਾਡੀ ਇੱਥੇ ਨਾਲ ਆਉਂਦੀ ਹੈ ਉਹਨੂੰ ਆਪ ਹੀ ਸ਼ੌਂਕ ਪੈ ਗਿਆ ਜਾਂ ਤੁਸੀਂ ਉਹਨੂੰ ਕਿਹਾ ਸੀ ਵੀ ਸਿੱਖ ਲਾ? ਮੈਂ ਆਖਿਆ ਵੀ ਤੂੰ ਸਿੱਖ ਲਾ। ਉਹ ਕਹਿੰਦੀ ਚੱਲ ਮੰਮੀ ਮੈਂ ਸਿੱਖ ਲੈਂਦੀ ਹਾਂ, ਚੱਲ ਆਪਣੀ ਕਬੀਲਦਾਰੀ ਸੌਖੀ ਟੱਪ ਜੂ, ਨਾਲੇ ਅਸੀਂ ਆਪਦਾ ਦਾਜ ਬਣਾ ਲਾਂਗੇ। ਇੱਕ ਚੀਜ਼ ਇਹ ਦੱਸੋ, ਜਿਹੜੀ ਤੁਸੀਂ ਇਹ ਕਾਟਨ ਯੂਜ਼ ਕਰਦੇ ਹੋ, ਇਹ ਤੁਸੀਂ ਮਤਲਬ ਦੇਸੀ ਕਾਟਨ ਯੂਜ਼ ਕਰਦੇ ਹੋ ਨਾ, ਇਹਦੀ ਕੀ ਇੰਪੋਰਟੈਂਸ ਹੈ ਜੀ? ਜਿਹੜਾ ਅਸੀਂ ਕੱਪੜਾ ਪਾ ਰਹੇ ਹਾਂ ਉਹ ਵੀ ਤਾਂ ਸਾਡੀ ਸਕਿਨ ਨੂੰ ਟੱਚ ਹੋ ਰਿਹਾ ਨਾ ਲਗਾਤਾਰ। ਅਗਰ ਉਹ ਜ਼ਹਿਰ ਮੁਕਤ ਹੋਏਗਾ ਤਾਂ ਉਹਦਾ ਵੀ ਸਾਡੀ ਸਕਿਨ ਨੂੰ, ਸਾਡੀ ਬਾਡੀ ਨੂੰ ਡਾਇਰੈਕਟ ਇੰਪੈਕਟ ਮਿਲੇਗਾ। ਭਾਰਤ 1.5% ਜੀਓਗ੍ਰਾਫੀਕਲ ਏਰੀਆ ਹੈ ਦੇਸ਼ ਦਾ, ਔਰ 18% ਇੱਥੇ ਪੈਸਟੀਸਾਈਡ ਯੂਜ਼ ਹੁੰਦੇ ਹੈ ਪੰਜਾਬ ਦੇ ਵਿੱਚ, ਠੀਕ ਹੈ ਨਾ। ਮਤਲਬ ਖੇਤੀ ਇੰਨੀ ਜ਼ਿਆਦਾ ਕੈਮੀਕਲਾਈਜ਼ਡ ਹੈ ਪੰਜਾਬ ਦੀ। ਅਗਰ ਝੋਨਾ ਲਗਾਉਂਦੇ ਹਾਂ ਤਾਂ ਗਰਾਊਂਡ ਵਾਟਰ ਕਿੰਨਾ ਹੈ, ਪੂਰਾ ਟਾਈਮ ਝੋਨੇ ਦੇ ਵਿੱਚ ਪਾਣੀ ਖੜਾ, ਠੀਕ ਹੈ। ਉਸ ਤੋਂ ਬਾਅਦ ਉਹਦੇ ਤੇ ਇੰਨਾ ਜ਼ਿਆਦਾ ਰੇ ਸਪਰੇ ਹੈ, ਸਾਰੀ ਕੰਬਾਈਨ ਹਾਰਵੈਸਟਿੰਗ ਨਾਲ ਉਹਦੀ ਕਟਾਈ ਹੋ ਰਹੀ ਹੈ। ਉਸ ਤੋਂ ਬਾਅਦ ਜਿਹੜਾ ਉਹਦਾ ਸਟਬਲ ਹੈ ਜਾਂ ਪਰਾਲੀ ਹੈ ਉਹਨੂੰ ਅੱਗ ਲੱਗ ਰਹੀ ਹੈ। ਅੱਗ ਲੱਗਣ ਨਾਲ 에ਅਰ ਪੋਲਿਊਸ਼ਨ ਹੋ ਰਿਹਾ ਹੈ, ਲੋਕਾਂ ਦੀ ਹੈਲਥ ਖਰਾਬ ਹੋ ਰਹੀ ਹੈ, ਜੀਵ ਜੰਤੂ ਮਰ ਰਹੇ ਹੈ, ਐਕਸੀਡੈਂਟ ਹੋ ਰਹੇ ਹੈ, ਉਹ ਸਾਰਾ ਹੈਗਾ। ਦੂਜੇ ਪਾਸੇ ਕਾਟਨ ਹੈ, ਕਾਟਨ ਲਗਾ ਰਹੇ ਹੋ, ਦੇਸੀ ਬੀਜ ਹੈ, ਉਹਦੇ ਵਿੱਚ ਸਬਜ਼ੀਆਂ ਵੀ ਲਗਾ ਸਕਦੇ ਹੋ, ਉਹਦੇ ਵਿੱਚ ਦਾਲਾਂ ਵੀ ਲਗਾ ਸਕਦੇ ਹੋ, ਇੰਟਰ ਕ੍ਰੋਪਿੰਗ ਔਰ ਮਲਟੀ ਕ੍ਰੋਪਿੰਗ ਵੀ ਕਰ ਸਕਦੇ ਹੋ। ਮੈਂ ਤੁਹਾਨੂੰ ਇਕੋਲੋਜੀਕਲ ਉਹਦੇ ਪੁਆਇੰਟਸ ਦੱਸ ਰਹੀ ਹਾਂ। ਉਸ ਤੋਂ ਬਾਅਦ ਜਦੋਂ ਕਾਟਨ ਪਿਕਿੰਗ ਦਾ ਟਾਈਮ ਆਇਆ ਤਾਂ ਤੁਹਾਡੇ ਲੋਕਲ ਪਿੰਡ ਨੂੰ ਰੋਜ਼ਗਾਰ ਮਿਲ ਸਕਦਾ ਹੈ। ਜਿਹੜੇ ਸਾਡੇ ਪਿੰਡਾਂ ਦੇ ਵਿੱਚ ਲੈਂਡਲੈਸ ਲੋਕ ਹੈ, ਬੇਜ਼ਮੀਨੇ ਲੋਕ ਹੈ, ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਖੇਤਾਂ ਦੇ ਵਿੱਚ ਜਾ ਕੇ ਪਹਿਲਾਂ ਕੰਮ ਕਰਦੇ ਸੀ, ਉਹਨਾਂ ਨੂੰ ਪਿਕਿੰਗ ਦਾ ਕੰਮ ਮਿਲ ਗਿਆ, ਚੁਗਾਈ ਦਾ ਕੰਮ ਮਿਲ ਗਿਆ। ਹੁਣ ਜਦੋਂ ਕਾਟਨ ਤੁਹਾਡੇ ਕੋਲ ਆ ਗਈ ਤਾਂ ਉਹਦਾ ਜਿਹੜਾ ਸਟਬਲ ਹੈ, ਛਟੀਆਂ ਹੈ, ਉਹਨੂੰ ਅੱਗ ਲਗਾਉਣ ਦੀ ਜ਼ਰੂਰਤ ਨਹੀਂ ਹੈ। ਅਜੇ ਵੀ ਲਗਭਗ ਸਾਰੇ ਘਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਚੁੱਲ੍ਹੇ ਜਲਦੇ ਹੈ। ਘਰ ਦੀ ਕਬੀਲਦਾਰੀ ਤੁਸੀਂ ਚਲਾਉਣੀ, ਤੁਹਾਡੇ ਤੇ ਹੀ ਆ? ਸਰ ਮੇਰੇ ਤੇ ਆ, ਮੇਰਾ ਹਸਬੈਂਡ ਮੈਨੂੰ ਕਾਫੀ ਟਾਈਮ ਹੋ ਗਿਆ ਛੱਡ ਕੇ ਗਏ ਨੂੰ। ਤੁਸੀਂ ਫਿਰ ਪੇਕੇ ਰਹਿੰਦੇ ਹੋ ਉਹਦੇ? ਨਹੀਂ, ਸਹੁਰੀ ਰਹਿੰਦੀ ਹਾਂ ਸਰ। ਤੇ ਫਿਰ ਨਾਲ ਕੰਮ ਕੀ ਕਰਦੇ ਹੋ ਬੱਚਿਆਂ ਨੂੰ ਪਾਲਣ ਲਈ? ਕੋਈ ਕੰਮ ਨਹੀਂ ਸਰ, ਮੇਰੀ ਇੱਥੇ ਮੈਂ ਕੰਮ ਕਰਦੀ ਆਂਗੀ ਤੇ ਤਨਖਾਹ ਦੇ ਦਿੰਦੀ ਹੈ ਦੀਦੀ, ਬੱਚਿਆਂ ਹੀ ਪਾਲ ਲਈਦੇ ਆ। ਚੰਗਾ ਲੱਗਦਾ ਇੰਨੀਆਂ ਕੁੜੀਆਂ ਔਰਤਾਂ ਚ ਆ ਕੇ? ਹਾਂਜੀ, ਨਾਲੇ ਸਰ ਮੇਰਾ ਮਨ ਲੱਗਿਆ ਰਹਿੰਦਾ ਹੈਗਾ। ਪਹਿਲਾਂ ਘਰੇ ਟੈਨਸ਼ਨਾਂ 'ਚ ਰਹਿੰਦੀ ਸੀਗੀ, ਦਿਹਾੜੀ ਦੱਪਾ ਕਰਨਾ, ਮੁੜ ਕੇ ਟੈਨਸ਼ਨ ਰਹਿਣੀ। ਹੁਣ ਮੈਨੂੰ ਇੱਥੇ ਮੈਨੂੰ ਕੋਈ ਟੈਨਸ਼ਨ ਨਹੀਂ ਗੀ, ਜਿੱਦੇ ਦੀ ਮੈਂ ਮੈਡਮ ਕੋਲੇ ਆਈ ਵੀ ਆਂਗੀ। ਕਿ ਮਤਲਬ ਇਹ ਵੀ ਮੈਂ ਬਚਪਨ 'ਚ ਦੇਖਿਆ ਵੀ ਔਰਤਾਂ ਜਦੋਂ ਚੁਗਣੀ ਹੁੰਦੀ ਕਪਾਹ ਨਾ, ਚਾਹੇ ਘਰਾਂ ਦੀਆਂ ਹੁੰਦੀਆਂ ਚਾਹੇ ਆਈਆਂ ਹਨ, ਇਕੱਠੀਆਂ ਹੋ ਕੇ ਫਿਰ ਕੱਲੀਆਂ ਔਰਤਾਂ ਹੀ ਹੁੰਦੀਆਂ, ਫਿਰ ਆਪਦੀਆਂ ਦਿਲ ਦੀ ਭੜਾਸ ਵੀ ਕੱਢ ਲੈਂਦੀਆਂ, ਰੋਗ ਟੁੱਟ ਜਾਂਦੇ। ਹੁਣ ਲੱਗੇ ਵੀ ਤਾਂ ਹੀ ਪਏ ਜਦੋਂ ਘਰਾਂ 'ਚ ਬੈਠੀਆਂ, ਤੇ ਹੁਣ ਇੱਥੇ ਹੁਣ ਕਿੰਨਾ ਹੱਸਦੇ ਖੇਡਦੇ ਆਪਾਂ, ਤੇ ਰੋਗ ਟੁੱਟਦੇ ਆ ਸਾਰੀ ਦਿਹਾੜੀ, ਤੇ ਕਿੱਥੋਂ ਘਰੇ ਉਲਝੀ ਜਾਣਾ ਬੈਠਿਆਂ ਨੇ। ਬਹੁਤ ਫਰਕ ਪੈਂਦਾ। ਜਿੰਨੀਆਂ ਇੱਥੇ ਬੀਬੀਆਂ ਨੇ ਤੁਹਾਡੇ ਤੋਂ ਛੋਟੀ ਉਮਰ ਦੀਆਂ ਵੀ ਨੇ ਹਨਾ, ਆਂਟੀ ਕਹਿਣ ਵਾਲੀਆਂ ਵੀ ਨੇ, ਕੁਛ ਇਹੋ ਜਿਹੀਆਂ ਜਿਹਨਾਂ ਨੂੰ ਤੁਸੀਂ ਆਂਟੀ ਕਹਿੰਦੇ ਹੋ। ਹਾਂਜੀ। ਐਂ ਕਦੇ ਪਿੰਡ 'ਚ ਪਹਿਲਾਂ ਜ਼ਿੰਦਗੀ 'ਚ ਕਦੇ ਇਕੱਠੀਆਂ ਹੋਈਆਂ ਬੀਬੀਆਂ? ਨਹੀਂ ਹੋਈਆਂ ਸਰ। ਇਸ ਮੈਡਮ ਨੇ ਸਾਰਿਆਂ ਨੂੰ ਇਕੱਠੇ ਕਰਿਆ ਤੇ ਸਾਨੂੰ ਵੀ ਸਮਾਂ ਖੁਸ਼ੀ ਹੁੰਦੀ ਹੈਗੀ ਵੀ ਸਾਡੀ ਮੈਡਮ ਨਾਲ ਇੰਨੇ ਮੈਂਬਰ ਜੁੜ ਗਏ ਆ, ਤੇ ਸਾਨੂੰ ਵੀ ਹੌਸਲਾ ਹੈਗਾ। ਹੁਣ ਕਾਟਨ ਆ ਗਈ ਆਪਣੇ ਕੋਲ, ਰॉ ਕਾਟਨ। ਰॉ ਕਾਟਨ ਦੇ ਵਿੱਚ 67% ਬੀਜ ਹੁੰਦੇ ਹੈ, 33% ਕਾਟਨ ਹੁੰਦੀ ਹੈ। ਜਿਹੜੀ ਰੂਹ ਹੈ, ਕੱਪੜਾ ਬਣਾਉਣ ਲਈ ਅਲੱਗ ਹੋ ਗਈ, ਵੜੇਵੇਂ ਹੈ, ਉਹ ਪਸ਼ੂਆਂ ਦੇ ਲਈ ਬਹੁਤ ਵਧੀਆ ਫੀਡ ਹੈ, ਚਾਰਾ ਹੈ। ਹੁਣ ਜਿਹੜਾ ਸਾਰਾ ਬਾਜ਼ਾਰ ਤੋਂ ਲੈਂਦੇ ਆ ਉਹ BT ਕਾਟਨ ਦਾ ਸੀਡ ਹੈ, ਠੀਕ ਹੈ। BT ਕਾਟਨ ਦੇ ਵਿੱਚ ਤਾਂ ਪਹਿਲਾਂ ਹੀ ਉਹਦੇ ਜੀਨ ਦੇ ਵਿੱਚ ਜ਼ਹਿਰ ਹੈ, ਉਹਦੇ ਵਿੱਚ ਉਹਨਾਂ ਨੇ ਜੈਨੇਟਿਕ ਮੋਡੀਫਿਕੇਸ਼ਨ ਕੀਤੀ ਹੋਈ ਹੈ, ਰਾਈਟ। ਜਿਹੜੇ ਕਾਟਨ ਦੇ ਸੀਡ ਹੈ ਉਹ ਐਡੀਬਲ ਆਇਲ ਵੀ ਹੈ, ਉਹ ਤੇਲ ਜਿਹੜਾ ਨਿਕਲਦਾ ਹੈ ਉਹ ਵੀ ਸਾਡੇ ਖਾਣ ਲਈ ਵਰਤਿਆ ਜਾਂਦਾ। ਤਾਂ ਇੱਕ ਪਾਸੇ ਝੋਨਾ ਹੈ ਜਿਹਨੂੰ ਪੰਜਾਬ ਦੇ ਵਿੱਚ ਕੋਈ ਯੂਜ਼ ਵੀ ਨਹੀਂ ਕਰਦਾ, ਪੰਜਾਬ ਦੇ ਵਿੱਚ ਚਾਵਲ ਬਹੁਤ ਘੱਟ ਖਾਂਦੇ। ਇੱਕ ਪਾਸੇ ਕਾਟਨ ਹੈ। ਮੈਂ ਇਹ ਨਹੀਂ ਕਹਿ ਰਹੀ ਕਿ ਸਾਰੇ ਜਣੇ ਕਾਟਨ ਵੱਲ ਹੀ ਚਲੇ ਜਾਣ, ਬਟ ਕਾਟਨ ਕੁਡ ਬੀ ਐਨ ਆਲਟਰਨੇਟਿਵ। ਹੁਣ ਜਿਹੜਾ ਉਹਦਾ ਧਾਗਾ ਬਣ ਗਿਆ ਉਹ ਪੂਰਾ ਸਾਲ ਤੁਹਾਡੀ ਖੱਡੀਆਂ ਤੇ ਚੱਲ ਕੇ ਤੁਹਾਨੂੰ ਕੱਪੜਾ ਦੇਗਾ। ਸੋਚੋ ਕਿੰਨਾ ਰੋਜ਼ਗਾਰ ਦੇ ਸਕਦਾ ਹੈ ਪਿੰਡਾਂ ਦੇ ਵਿੱਚ। ਇੱਕ ਛੋਟਾ ਜਿਹਾ ਮਾਡਲ ਹੈ, ਲੋਕਲ ਇਕਨੋਮੀ ਹੈ, ਔਰ ਕੱਪੜੇ ਦੀ ਹਰ ਘਰ ਦੇ ਵੀ ਜ਼ਰੂਰਤ ਹੈ। ਉਹ ਚਾਹੇ ਦਰੀਆਂ हैं, ਚਾਹੇ खेस हैं, चाहे चादर हैं, चाहे तौलिए हैं, चाहे पान वाला कपड़ा भी है। सर्दी गर्मी जन्म मरण कपड़े तो बिना तो अधूरा है ना। सर्दी गर्मी कुछ भी होवे, कॉटन का कपड़ा पाइए तो मतलब शरीर सकून मानता है। हुणे सारा काम बड़ी बड़ी कंपनियां नूं हो गया, और बड़ी कंपनियां दे विच भी अगर कॉटन है तो BT कॉटन ही है ना। ਸਾਡੇ ਇੱਥੇ ਤਾਂ ਪੰਜਾਬ ਦੇ ਵਿੱਚ ਆਪਣੀ ਖਾਕੀ ਕਪਾਹ ਵੀ ਹੁੰਦੀ ਸੀ, ਖਾਕੀ ਨਰਮਾ ਵੀ ਹੁੰਦਾ ਸੀਗਾ, ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਦੇ ਬੀਜ ਵੀ ਰਿਵਾਈਵ ਹੋਣ। ਸਾਡੇ ਕੋਲ ਹੈਗਾ ਵੀ ਹੈ ਬਰਾਊਨ ਕਾਟਨ, ਤੇ ਉਹਨੂੰ ਵੀ ਅਸੀਂ ਪ੍ਰੋਸੈਸ ਕਰਦੇ ਹਾਂ, ਉਹਦਾ ਕੱਪੜਾ ਵੀ ਬਣਾਉਂਦੇ ਹਾਂ।
ਤੇ ਇਹ ਜਿਹੜਾ ਤੁਸੀਂ ਮਤਲਬ ਰਾ ਮਟੀਰੀਅਲ ਹੈ ਜਿਹੜਾ ਮਤਲਬ ਰੂੰ ਆ ਜਿਹੜੀ ਤੁਹਾਡੇ ਕੋਲੇ ਆਉਂਦੀ ਹੈ, ਇਹ ਮਤਲਬ ਪਹਿਲਾਂ ਹੀ ਅਵੇਲੇਬਲ ਸੀ, ਕਿਸਾਨ ਇੱਥੇ ਕਰਦੇ ਸੀ ਦੇਸੀ ਕਪਾਹ ਦੀ ਖੇਤੀ, ਜਾਂ ਤੁਸੀਂ ਮੋਟੀਵੇਟ ਕੀਤਾ ਉਹਨਾਂ ਨੂੰ? 2002 ਤੋਂ ਆਰਗੈਨਿਕ ਕਾਟਨ ਦੀ ਕਲਟੀਵੇਸ਼ਨ ਹੋ ਰਹੀ ਹੈ, ਪਰ ਉਹਦੀ ਕੋਈ ਮਾਰਕੀਟ ਨਹੀਂ ਸੀ। ਕਿਸਾਨ ਆਪਣੇ ਪੱਧਰ ਤੇ ਕਰ ਰਹੇ ਸੀ, ਕੋਈ 1 ਕਨਾਲ 2 ਕਨਾਲ ਜਾਂ ਜ਼ਿਆਦਾ ਤੋਂ ਜ਼ਿਆਦਾ 1 ਏਕੜ, ਤਾਂ ਆਪਣੇ ਘਰ ਦੇ ਵਿੱਚ ਹੀ ਜਿਹੜੀ ਰਜ਼ਾਈ ਗੱਦੇ ਦੀ ਜ਼ਰੂਰਤ ਹੁੰਦੀ ਹੈ, ਕਿਉਂਕਿ ਜਿਹੜੀ ਆਪਣੀ ਦੇਸੀ ਕਪਾਹ ਹੈ ਉਹਦੇ ਜਿਹੜੇ ਗੱਦੇ ਹੈ ਉਹ ਨਰਮੇ ਦੇ ਨਾਲੋਂ ਵਧੀਆ ਰਹਿੰਦੇ ਹੈ, ਠੀਕ ਹੈ। ਉਹ ਟੁੱਟਦੀ ਵੀ ਨਹੀਂ ਔਰ ਉਹ ਫਲਫੀ ਵੀ ਰਹਿੰਦੀ ਹੈ, ਸਰਦੀਆਂ ਦੇ ਵਿੱਚ ਗਰਮੈਸ਼ ਵੀ ਦਿੰਦੀ ਹੈ। ਅੱਜ ਕੱਲ੍ਹ ਤਾਂ ਇਹ ਸਿੰਥੈਟਿਕ ਜਾਂ ਫਾਈਬਰ ਆਉਂਦਾ ਨਾ ਜਿਹੜਾ ਅਸੀਂ ਦਿੰਦੇ ਹਾਂ, ਅਤੇ ਉਹ ਅੰਦਰ ਜਾ ਕੇ ਬਹੁਤ ਪ੍ਰੋਬਲਮਸ ਕਰਦਾ, ਤਾਂ ਉਹਦੇ ਲਈ ਵਰਤਿਆ ਜਾਂਦਾ ਸੀ, ਜਾਂ ਫਿਰ ਉਹ ਨਾਰਮਲ ਮੰਡੀ ਦੇ ਵਿੱਚ ਹੀ ਵੇਚ ਦਿੰਦੇ ਸੀ। ਪਰ ਫਿਰ ਅਸੀਂ ਥੋੜ੍ਹਾ ਸੋਚਿਆ ਇਹਦੇ 'ਤੇ, ਮੇਰੇ ਆਉਣ ਤੋਂ ਪਹਿਲਾਂ ਹੀ ਕੰਮ ਹੋ ਚੁੱਕਿਆ ਸੀ ਚਰਖੇ ਤੇ ਕਤਾਈ ਵਾਲਾ। ਪਰ ਅਸੀਂ ਕੀ ਕਰ ਰਹੇ ਸੀਗੇ ਕਿ ਜਿਹੜੇ ਨਾਰਮਲ ਪਿੰਜੇ ਹੁੰਦੇ ਆ ਬਾਜ਼ਾਰ ਦੇ ਵਿੱਚ ਰਜਾਈ ਗੱਦੇ ਵਾਲੇ, ਇਸੇ ਦੇ ਉੱਤੇ ਕਰਾ ਰਹੇ ਸੀ। ਤਾਂ ਕਾਟਨ ਦੇ ਵਿੱਚ ਬਹੁਤ ਸਾਰਾ ਟਰੈਸ਼ ਵੀ ਹੁੰਦਾ। ਜਦੋਂ ਅਸੀਂ ਕਾਟਨ ਦੀ ਪਿਕਿੰਗ ਕਰਦੇ ਹਾਂ ਤਾਂ ਉਹਦੇ ਵਿੱਚ ਸੁੱਕੇ ਪੱਤੇ ਜਾਂ ਉਹ ਨੀਚੇ ਗਿਰ ਜਾਏ ਹੈ ਨਾ, ਤਾਂ ਸਿੱਕਰੀ ਪੱਤਰੀ ਇਹ ਸਾਰਾ ਆ ਜਾਂਦਾ। ਤਾਂ ਇਹ ਜਿਹੜੀ ਲੋਕਲ ਮਸ਼ੀਨਾਂ ਸੀਗੀਆਂ ਇਹ ਕੈਪੇਬਲ ਨਹੀਂ ਸੀਗੀ ਉਹ ਸਾਰੇ ਟਰੈਸ਼ ਨੂੰ ਅਲੱਗ ਕਰਨ ਲਈ। ਤਾਂ ਅਸੀਂ ਹੌਲੀ ਹੌਲੀ ਰਿਸਰਚ ਐਂਡ ਡਿਵੈਲਪਮੈਂਟ ਦੇ ਵੱਲ ਵੀ ਵਧੇ ਕਿ ਅਸੀਂ ਥੋੜ੍ਹਾ ਜਿਹਾ ਟੈਕਨੋਲੋਜੀ ਯੂਜ਼ ਕਰਕੇ ਇਸ ਕੰਮ ਨੂੰ ਕਿਵੇਂ ਇੰਪਰੂਵ ਕਰ ਸਕਦੇ ਹਾਂ। ਗਿਆਨੀ ਜੈਲ ਸਿੰਘ ਕਾਲਜ ਹੈ ਬਠਿੰਡਾ ਦੇ ਵਿੱਚ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਔਰ ਉਹਦੇ ਵਿੱਚ ਟੈਕਸਟਾਈਲ ਡਿਪਾਰਟਮੈਂਟ ਹੈ ਉਹਨਾਂ ਦਾ। ਤਾਂ ਉਹਨਾਂ ਦੇ ਕੋਲ ਇੱਕ ਮਸ਼ੀਨ ਹੈ ਟਰੈਸ਼ ਐਨਾਲਾਈਜ਼ਰ, ਅਸੀਂ ਉਹਦੇ 'ਤੇ ਕੰਮ ਕੀਤਾ ਤੇ ਉਹ ਟਰੈਸ਼ ਨੂੰ ਬਿਲਕੁਲ ਅਲੱਗ ਕਰ ਦਿੰਦੀ ਹੈ, ਮਤਲਬ ਜਿਹੜੀ ਵੀ ਸਿੱਕਰੀ ਪੱਤਰੀ ਹੈ ਔਰ ਕਾਟਨ ਇੱਕਦਮ ਕਲੀਨ ਨਿਕਲਦੀ ਹੈ। ਫਿਰ ਅਸੀਂ ਉਹਦੀ ਮੈਨੂਅਲ ਪੂਣੀ ਬਣਾ ਕੇ ਪਿੰਡਾਂ ਦੇ ਵਿੱਚ ਬੀਬੀਆਂ ਨੂੰ ਦਿੰਦੇ ਹਾਂ, ਕਿਉਂਕਿ ਜ਼ਰੂਰੀ ਨਹੀਂ ਹੈ ਕਿ ਜਿਹੜੇ ਸਾਡੇ ਪੁਰਾਣੇ ਟੂਲਸ ਐਂਡ ਇਕਵਿਪਮੈਂਟਸ ਹੈ ਜਾਂ ਪੁਰਾਣੇ ਮੈਥਡਸ ਹੈ ਉਹ ਸਾਰੇ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਉਸੇ ਤਰ੍ਹਾਂ ਕੰਮ ਦੇਣ। ਤਾਂ ਉਹਦੇ ਵਿੱਚ ਵੀ ਸਾਨੂੰ ਹੌਲੀ ਹੌਲੀ ਐਡਵਾਂਸਮੈਂਟ ਕਰਨੀ ਪਏਗੀ। ਤਾਂ ਅਸੀਂ ਮਾਡਰਨ ਇੰਸਟੀਟਿਊਟਸ ਦੀ ਵੀ ਹੈਲਪ ਲਿੱਤੀ, ਉਹ ਚਾਹੇ ਗਿਆਨੀ ਜੈਲ ਸਿੰਘ ਕਾਲਜ ਹੈ ਜਾਂ ਕੁਝ ਸਾਊਥ ਦੇ ਵਿੱਚ ਹੈ, ਔਰ ਆਪਣੇ ਲੋਕਲ ਆਰਟੀਜ਼ਨਸ ਪੇਂਡੂ ਲੋਕਾਂ ਦੀ ਵੀ ਹੈਲਪ ਲਿੱਤੀ। ਮਤਲਬ ਅਸੀਂ ਕਹਿ ਦਿੰਦੇ ਹਾਂ ਕਿ ਨਾ ਕਿ ਸਾਡੇ ਪੇਂਡੂ ਲੋਕ ਪੜ੍ਹੇ ਲਿਖੇ ਨਹੀਂ ਹੈ, ਇਹਨਾਂ ਨੂੰ ਕੀ ਪਤਾ। ਸਭ ਤੋਂ ਜ਼ਿਆਦਾ ਗਿਆਨ ਇਹਨਾਂ ਦੇ ਕੋਲ ਹੀ ਹੈ, ਹਾਂ, ਕਿ ਇਹਦੇ ਵਿੱਚ ਲਾਲ ਕੀੜਾ ਆ ਗਿਆ ਜਾਂ ਕੁਛ ਆ ਗਿਆ, ਇਹਨੂੰ ਧੁੱਪ ਲਗਵਾ ਦਿਓ। ਕਿੰਨੀ ਧੁੱਪ ਲਗਵਾਉਣੀ ਹੈ? ਧੁੱਪ ਤੋਂ ਬਿਨਾਂ ਅਗਰ ਪਿੰਜਾਈ ਕਰਾਵਾਂਗੇ ਤਾਂ ਉਹ ਬਣ ਹੀ ਨਹੀਂ ਪਾਏਗੀ। ਜਦੋਂ ਸਾਨੂੰ ਲੱਗਿਆ ਕਿ ਇਹ ਮਸ਼ੀਨ ਸਾਡੇ ਉਪਯੋਗ ਦੀ ਹੈ ਤਾਂ ਅਸੀਂ ਉਹ ਮਸ਼ੀਨ ਵੀ ਖੁਦ ਪਰਚੇਸ ਕੀਤੀ, ਔਰ ਅਸੀਂ ਉਹ ਸਾਰੀ ਲੜਕੀਆਂ ਹੀ ਹੈ ਜਿਹੜੀ ਉਹਨੂੰ ਰਨ ਕਰਦੀ ਹੈ। ਉਹ 3 ਫੇਸ ਦੀ ਮਸ਼ੀਨ ਵੀ ਹੈ, ਵੱਡੀ ਮਸ਼ੀਨਾਂ ਵੀ ਹੈ, ਅਸੀਂ ਖੁਦ ਹੀ ਉਹਨੂੰ ਆਪਰੇਟ ਕਰਦੇ ਹਾਂ ਸਾਰਾ।